ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਸਾਇੰਸ ਐਂਡ ਟੈਕ ਦਾ ਕੈਮਿਸਟਰੀ ਦਾ ਚੈਪਟਰ ਕਰਾਂਗੇ, ਜਿਹਦੇ ਵਿੱਚ ਅਸੀਂ ਐਟੋਮਿਕ ਸਟਰਕਚਰ ਦਾ ਪਹਿਲਾ ਟੌਪਿਕ ਕਰਾਂਗੇ। ਫਿਜ਼ਿਕਸ ਦੇ ਅਸੀਂ ਸਾਰੇ ਲੈਕਚਰਸ ਕਰ ਲਏ ਆ ਅਤੇ ਹੁਣ ਕੈਮਿਸਟਰੀ ਦਾ ਐਟੋਮਿਕ ਸਟਰਕਚਰ ਕਰਾਂਗੇ। ਇਸ ਤੋਂ ਬਾਅਦ ਐਸਿਡ ਐਂਡ ਬੇਸ ਕਰਾਂਗੇ। ਇੱਦਾਂ ਹੀ ਜੋ ਵੀ ਸਾਡੇ ਸਿਲੇਬਸ 'ਚ PPSC ਦੇ ਉਹ ਅਸੀਂ ਕਰਾਂਗੇ। ਸੋ ਸਾਡਾ ਜੋ ਪਹਿਲਾ ਕੁਐਸਚਨ ਹੈ ਉਹ ਸਟਾਰਟ ਕਰਦੇ ਹਾਂ। ਕੁਐਸਚਨ ਸਟਾਰਟ ਕਰਨ ਤੋਂ ਪਹਿਲਾਂ ਮੇਰੇ ਚੈਨਲ ਜ਼ਰੂਰ ਸਬਸਕ੍ਰਾਈਬ ਸ਼ੇਅਰ ਕਰ ਦਿਓ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਨਿਊ ਨੋਟੀਫਿਕੇਸ਼ਨ ਮਿਲਦੇ ਜਾਣ। ਫਸਟ ਕੁਐਸਚਨ ਇਜ਼ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਪਾਰਟ ਆਫ ਐਨ ਐਟਮ। ਐਟਮ ਦਾ ਕਿਹੜਾ ਪਾਰਟ ਨਹੀਂ ਹੈ? ਐਟਮ ਦਾ ਫੋਟੋਨ ਪਾਰਟ ਨਹੀਂ ਹੈ। ਮੈਂ ਤੁਹਾਨੂੰ ਦੱਸਦਾ, ਦੇਖੋ ਇੱਕ ਐਟਮ ਦੇ ਵਿੱਚ ਨਿਊਕਲੀਅਸ ਹੁੰਦਾ ਜਿਹੜਾ ਪੋਜ਼ੀਟਿਵ ਚਾਰਜ ਹੁੰਦਾ। ਅਗਰ ਮੈਂ ਇਸਨੂੰ ਬਹੁਤ ਸਾਰੇ ਬਣਾਉਂਦਾ ਸ਼ੈਲਸ ਬਣਾਉਂਦਾ, ਇਹ ਹੁੰਦੇ KLMN ਸ਼ੈਲਸ, 10th ਕਲਾਸ 'ਚ ਪੜ੍ਹੇ ਹੋਣਾ। 10th ਅਸੀਂ ਪੜ੍ਹਦੇ ਆ ਕਿ KLMN ਸ਼ੈਲਸ ਹੁੰਦੇ ਆ। ਹੁਣ ਕੀ ਹੁੰਦਾ ਕਿ ਜਿਹੜੇ ਸ਼ੈਲਸ ਹੁੰਦੇ ਇਹਨਾਂ ਵਿੱਚ ਇਲੈਕਟ੍ਰੋਨਸ ਘੁੰਮਦਾ ਹੁੰਦਾ, ਇਲੈਕਟ੍ਰੋਨਸ ਰਿਵੋਲਵ ਕਰਦਾ ਹੁੰਦਾ। ਅਤੇ ਜਿਹੜਾ ਨਿਊਕਲੀਅਸ ਹੁੰਦਾ ਵਿੱਚ ਇਹ ਪ੍ਰੋਟੋਨ ਪਲੱਸ ਨਿਊਟਰੋਨ ਨੂੰ ਮਿਕਸ ਕਰਕੇ ਬਣਿਆ ਹੁੰਦਾ। ਠੀਕ ਹੈ, ਸਮਝ। ਸੋ ਜਿਹੜਾ ਨਿਊਕਲੀਅਸ ਹੁੰਦਾ ਪ੍ਰੋਟੋਨ ਨਿਊਟਰੋਨ ਮਿਕਸ ਕਰਕੇ ਬਣਿਆ ਹੁੰਦਾ। ਜੋ ਇਲੈਕਟ੍ਰੋਨਸ ਹੁੰਦਾ ਇਹਨਾਂ ਸ਼ੈਲਸ ਦੇ ਵਿੱਚ ਘੁੰਮਦਾ ਹੁੰਦਾ। ਓਕੇ, ਇੱਕ ਵਾਰ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦਾ ਬਣਾ ਕੇ ਇਸ ਤਰ੍ਹਾਂ ਪੋਜ਼ੀਟਿਵ ਆਪਾਂ ਦੋ ਸ਼ੈਲ ਬਣਾ ਲੈਂਦੇ ਆ। ਇਸ 'ਚ ਇਲੈਕਟ੍ਰੋਨ ਨੂੰ ਘੁਮਾ ਲਓ, ਇੱਥੇ ਕਿਆ ਹੋਗਾ ਪ੍ਰੋਟੋਨ ਪਲੱਸ ਨਿਊਟਰੋਨ। ਦੈਨ ਨੈਕਸਟ ਇਜ਼ ਸਿੰਗਲ ਟਾਈਪ ਆਫ ਐਟਮ ਇਜ਼ ਫਾਊਂਡ ਇਨ। ਜੋ ਸਿੰਗਲ ਟਾਈਪ ਐਲੀਮੈਂਟਸ ਹੁੰਦੇ ਆ ਉਹ ਕਿੱਥੇ ਮਿਲਦੇ ਸਾਨੂੰ? ਉਹ ਨੇਟਿਵ ਐਲੀਮੈਂਟਸ ਹੁੰਦੇ ਜੋ ਸਿੰਗਲ ਹੁੰਦੇ ਨੇ। ਗੋਲਡ ਮਿਲ ਜਾਂਦਾ, ਉਹ ਨੇਟਿਵ ਐਲੀਮੈਂਟਸ ਨੇ ਸਾਰੇ। ਦਾ ਕੌਂਸਟੀਟਿਊਐਂਟਸ ਆਫ ਅਟੋਮਿਕ ਨਿਊਕਲੀਅਸ ਆਰ। ਅਟੋਮਿਕ ਨਿਊਕਲੀਅਸ 'ਚ ਕੀ ਹੁੰਦਾ ਹੁਣ ਦੱਸਾਂ ਮੈਂ। ਜੋ ਵਿੱਚ ਨਿਊਕਲੀਅਸ ਹੁੰਦਾ ਇਹ ਵਾਲਾ ਨਿਊਕਲੀਅਸ ਵਿੱਚ, ਇਹਦੇ ਵਿੱਚ ਕਿਆ ਹੁੰਦਾ ਪ੍ਰੋਟੋਨ ਅਤੇ ਨਿਊਟਰੋਨ ਹੁੰਦੇ। ਠੀਕ ਹੈ। ਵਿਚ ਵਨ ਆਫ ਦਾ ਫੋਲੋਇੰਗ ਸਟੇਟਮੈਂਟ ਅਬਾਊਟ ਮੋਲੀਕੂਲਰ ਸਟਰਕਚਰ ਇਜ਼ ਕਰੈਕਟ। ਕਿਹੜੀ ਸਟੇਟਮੈਂਟ ਕਰੈਕਟ ਆ? ਆਪਸ਼ਨ ਏ ਨਿਊਟਰੋਨ ਇਲੈਕਟ੍ਰੋਨਸ ਆਰ ਫਾਊਂਡ ਇਨਸਾਈਡ ਦਾ ਨਿਊਕਲੀਅਸ ਐਂਡ ਪ੍ਰੋਟੋਨਸ ਰਿਵੋਲਵ ਅਰਾਊਂਡ ਦਾ ਨਿਊਕਲੀਅਸ। ਇਹ ਗਲਤ ਆ। ਆਪਾਂ ਪੜ੍ਹਿਆ ਸੀ ਕਿ ਇਲੈਕਟ੍ਰੋਨਸ ਜਿਹੜੇ ਆ ਉਹ ਰਿਵੋਲਵ ਕਰਦੇ ਆ ਅਤੇ ਪ੍ਰੋਟੋਨ ਅਤੇ ਨਿਊਟਰੋਨ ਜਿਹੜੇ ਆ ਉਹ ਕਿਆ ਰਿਵੋਲਵ ਕਰਦੇ ਆ। ਨੈਕਸਟ ਲਿਖ ਲੈਂਦੇ ਆ ਇਲੈਕਟ੍ਰੋਨ ਪ੍ਰੋਟੋਨ ਆਰ ਇਨਸਾਈਡ ਦਾ ਨਿਊਕਲੀਅਸ ਐਂਡ ਨਿਊਟਰੋਨ ਰਿਵੋਲਵ ਅਰਾਊਂਡ ਦਾ ਨਿਊਕਲੀਅਸ। ਇਹ ਵੀ ਗਲਤ ਹੋ ਗਈ, ਨਿਊਟਰੋਨ ਲਿਖਿਆ ਇੱਥੇ। ਪ੍ਰੋਟੋਨ ਐਂਡ ਨਿਊਟਰੋਨਸ ਆਰ ਇਨਸਾਈਡ ਦਾ ਨਿਊਕਲੀਅਸ ਐਂਡ ਇਲੈਕਟ੍ਰੋਨਸ ਰਿਵੋਲਵ ਅਰਾਊਂਡ ਦਾ ਨਿਊਕਲੀਅਸ। ਸੋ ਇਹ ਬਿਲਕੁਲ ਸਹੀ ਹੈ ਕਿਉਂਕਿ ਪ੍ਰੋਟੋਨ ਅਤੇ ਨਿਊਟਰੋਨ ਦੋਨੇ ਹੀ ਘੁੰਮਦੇ ਆ ਅਤੇ ਪ੍ਰੋਟੋਨ ਅਤੇ ਨਿਊਟਰੋਨ ਦੋਨੇ ਨਿਊਕਲੀਅਸ ਦੇ ਅੰਦਰ ਹੁੰਦੇ ਆ ਅਤੇ ਇਲੈਕਟ੍ਰੋਨਸ ਰਿਵੋਲਵ ਕਰਦੇ ਆ। ਅਟੋਮਿਕ ਨਿਊਕਲੀਅਸ ਆਰ ਡਿਸਕਵਰਡ ਬਾਏ। ਅਟੋਮਿਕ ਨਿਊਕਲੀਅਸ ਕਿਸ ਨੇ ਡਿਸਕਵਰ ਕੀਤਾ? ਰਦਰਫੋਰਡ ਨੇ ਕੀਤਾ। ਤੁਸੀਂ 10th ਕਲਾਸ ਦੇ ਤੁਸੀਂ ਜੋ ਵੀ ਨਾਨ ਮੈਡੀਕਲ ਜਾਂ ਮੈਡੀਕਲ ਬੈਕਗਰਾਊਂਡ 'ਚ ਉਹਨਾਂ ਨੇ ਫਿਜ਼ਿਕਸ ਵਿੱਚ ਪੜ੍ਹਿਆ ਹੋਣਾ +1 ਦੇ ਵਿੱਚ। ਰਦਰਫੋਰਡ ਦਾ ਜਿਹਦੇ ਵਿੱਚ ਅਲਫਾ ਸਕੈਟਰਿੰਗ ਪਾਰਟੀਕਲਸ, ਤੁਹਾਨੂੰ ਪਤਾ ਉੱਥੇ ਉਹਨੂੰ ਨਿਊਕਲੀਅਸ ਮਿਲ ਗਿਆ ਸੀਗਾ ਉਸਨੂੰ। ਨੈਕਸਟ ਇਜ਼ ਇਨ ਐਟਮ ਨਿਊਟਰੋਨਸ ਆਰ ਡਿਸਕਵਰਡ ਬਾਏ। ਨਿਊਟਰੋਨ ਚੈਡਵਿਕ ਨੂੰ ਮਿਲਿਆ ਸੀ, ਤੁਸੀਂ ਯਾਦ ਰੱਖਣਾ। ਦੇਖੋ ਨਿਊਕਲੀਅਸ ਰਦਰਫੋਰਡ ਨੂੰ ਮਿਲਿਆ ਲੇਕਿਨ ਨਿਊਟਰੋਨਸ ਚੈਡਵਿਕ ਨੂੰ ਮਿਲਿਆ। ਵਿਚ ਆਫ ਦਾ ਫੋਲੋਇੰਗ ਵਿਚ ਨਾਟ ਪੁੱਛਿਆ ਸਬ ਅਟੋਮਿਕ ਪਾਰਟੀਕਲ। ਕਿਹੜਾ 'ਚ ਸਬ ਅਟੋਮਿਕ ਪਾਰਟੀਕਲਸ ਨਹੀਂ ਹੈਗਾ? ਸਬ ਅਟੋਮਿਕ ਪਾਰਟੀਕਲਸ ਕਿਹੜਾ ਨਹੀਂ ਹੈਗਾ ਇਹਦੇ ਵਿੱਚ? ਨਿਊਟਰੋਨਸ ਨਹੀਂ ਹੈਗਾ। ਠੀਕ ਹੈ, ਦੇਖੋ ਇਲੈਕਟ੍ਰੋਨ ਵੀ ਹੁੰਦਾ, ਪ੍ਰੋਟੋਨ ਵੀ ਹੁੰਦਾ, ਨਿਊਟਰੋਨ ਵੀ ਹੁੰਦਾ। ਨਿਊਟਰੋਨ ਤਾਂ ਹੈਵੀ ਵਾਟਰ ਯੂਜ਼ ਹੁੰਦਾ, ਇਹਨੂੰ H2O ਵੀ ਕਹਿੰਦੇ ਆ। ਵਾਟਰ ਹੈਵੀ ਵਾਟਰ ਵੀ ਹੁੰਦਾ। ਠੀਕ ਹੈ। ਵਿਚ ਵਨ ਆਫ ਦਾ ਪੇਅਰ ਕੌਂਸਟੀਟਿਊਟ ਪਾਰਟੀਕਲ ਐਂਟੀ ਪਾਰਟੀਕਲ ਪੇਅਰ। ਕਿਹੜਾ ਇਲੈਕਟ੍ਰੋਨ ਪੋਜ਼ੀਟਰੋਨ ਪਹਿਲਾਂ ਹੀ ਹੈ। ਠੀਕ ਹੈ, ਪ੍ਰੋਟੋਨ ਨਿਊਟਰੋਨ ਤਾਂ ਇਕੱਠੇ ਹੁੰਦੇ, ਐਂਟੀ ਪਾਰਟੀਕਲ ਤਾਂ ਹੋ ਹੀ ਨਹੀਂ ਸਕਦੇ। ਫੋਟੋਨ ਇਲੈਕਟ੍ਰੋਨ ਫੋਟੋਨ ਕੋਈ ਚੀਜ਼ ਨਹੀਂ ਹੈਗੀ। ਨਿਊਟਰੋਨ ਨਿਊਟਰਾਈਨੋ ਇਹ ਵੀ ਸੇਮ ਚੀਜ਼ ਹੀ ਹੈ। ਓਪੋਜ਼ਿਟ ਪੁੱਛਿਆ ਸੀ, ਇਲੈਕਟ੍ਰੋਨ ਅਤੇ ਪੋਜ਼ੀਟਰੋਨ ਉਲਟੇ ਨੇ ਸੀਗੇ। ਅਲਫਾ ਪਾਰਟੀਕਲਸ ਕੈਰੀਜ਼ ਚਾਰਜ ਮਾਸ ਨੰਬਰ ਬਾਈ ਨੀਅਰਲੀ ਇਕੁਅਲ ਟੂ। ਕਿਸ ਦੇ ਇਕੁਅਲ ਹੁੰਦਾ? ਜਿਹੜੇ ਬੋਲੇ ਅਲਫਾ ਪਾਰਟੀਕਲ ਕੈਰੀਜ਼ 2 ਪੋਜ਼ੀਟਿਵ ਚਾਰਜ। ਦੇਖੋ ਜਿਹੜੇ ਅਲਫਾ ਹੁੰਦਾ ਇਹ 2 ਚਾਰਜ ਡਿਕੇ ਕਰਦਾ ਅਤੇ 4 ਮਾਸ ਡਿਕੇ ਕਰਦਾ। ਸੋ ਇੱਦਾਂ ਦਾ ਪਾਰਟੀਕਲ ਲੱਭਣਾ ਹੈ ਜਿਸ ਦਾ ਮਾਸ ਨੰਬਰ 4 ਹੋਵੇ ਅਤੇ ਐਟੋਮਿਕ ਨੰਬਰ 2 ਹੋਵੇ। ਉਹ ਇੱਕ ਹੀਲੀਅਮ ਹੀ ਹੈ ਕਿਉਂਕਿ ਅਸੀਂ ਹੀਲੀਅਮ ਜਦੋਂ ਲਿਖਦੇ ਹਾਂ ਤੁਹਾਨੂੰ 10 ਦਾ ਲਿਖ ਕੇ ਜਿਵੇਂ ਅਸੀਂ ਹੀਲੀਅਮ ਲਿਖਦੇ ਹਾਂ ਤਾਂ
ਜਿਹੜਾ ਉਹਦੇ 2 ਹੁੰਦਾ ਪੈਰ 'ਚ ਪੈਂਦਾ, 4 ਉਹਦਾ ਮਾਸ ਨੰਬਰ ਹੁੰਦਾ, ਸੌਰੀ ਹੀਲੀਅਮ। ਠੀਕ ਹੈ, ਸੋ ਇਹ ਇਹਦਾ ਚੀਜ਼ਾਂ ਹੁੰਦੀਆਂ ਜੋ ਹੀਲੀਅਮ ਦੇ ਅੰਦਰ ਹੁੰਦੀਆਂ, ਇਸ ਕਰਕੇ ਐਟਮ ਹੀਲੀਅਮ ਹੋ ਜਾਊਗਾ। ਦ ਨਿਊਕਲੀਅਸ ਆਫ ਹੀਲੀਅਮ ਹੈਜ਼, ਹੀਲੀਅਮ 'ਚ ਕਿਆ ਕਿਆ ਹੋਊਗਾ, 2 ਪ੍ਰੋਟੋਨ 2 1 ਸੈਕਿੰਡ ਕੀ ਹੋਊਗਾ, 2 ਪ੍ਰੋਟੋਨ ਅਤੇ 2 ਨਿਊਟਰੋਨਸ ਹੋਣਗੇ। ਕਿਉਂਕਿ ਤੁਹਾਨੂੰ ਪਤਾ ਹੈ ਕਿ ਮਾਸ ਨੰਬਰ 4 ਆ ਤਾਂ 2 ਪ੍ਰੋਟੋਨ ਹੋਣਗੇ 2 ਨਿਊਟਰੋਨ ਹੋਣਗੇ, ਤਾਂ ਹੀ ਜੁੜ ਕੇ ਉਹ, ਕਿਉਂਕਿ ਪ੍ਰੋਟੋਨ ਪਲਸ ਨਿਊਟਰੋਨ ਹੁੰਦਾ ਨਾ, ਇਸ ਕਰਕੇ 2 ਪ੍ਰੋਟੋਨ ਹੋਣਗੇ 2 ਨਿਊਟਰੋਨਸ ਹੋਣਗੇ, ਤਾਂ ਇਹ ਪਲੱਸ ਹੋ ਕੇ 4 ਤਿਆਰ ਕਰਾਂਗੇ ਜੋ ਕਿ ਮਾਸ ਨੰਬਰ ਹੀਲੀਅਮ ਦਾ ਹੋਊਗਾ। ਵਿਚ ਆਫ ਦਾ ਫੋਲੋਇੰਗ ਕੈਰੀਜ਼ ਅ ਨੈਗੇਟਿਵ ਚਾਰਜ, ਨੈਗੇਟਿਵ ਵਿੱਚ ਕੌਣ ਕਰਦਾ, ਬੀਟਾ ਪਾਰਟੀਕਲਸ ਕਰਦੇ। ਅਸੀਂ ਪੜ੍ਹਿਆ ਸੀ ਅਲਫਾ 2 ਚਾਰਜ ਕਰਦਾ ਅਤੇ 4 ਮਾਸ ਕਰਦਾ, ਜੋ ਬੀਟਾ ਹੁੰਦਾ ਇਹ 'ਚ ਕੋਈ ਚਾਰਜ ਨਹੀਂ, ਇਹ 'ਚ ਕੋਈ ਮਾਸ ਨਹੀਂ ਹੁੰਦਾ, ਲੇਕਿਨ ਚਾਰਜ ਇਹ ਮਾਈਨਸ ਇਲੈਕਟ੍ਰੋਨ ਕਰਦਾ, ਅਤੇ ਗਾਮਾ ਜੋ ਹੁੰਦਾ ਨਾ ਇਹ ਕਰਦਾ ਨਾ ਇਹ ਕਰਦਾ, ਸੋ ਇਹ ਇੱਦਾਂ ਦਾ ਡਿਫਰੈਂਸ ਹੁੰਦਾ। ਠੀਕ ਹੈ, ਸੋ ਬੀਟਾ ਦੇ ਵਿੱਚ ਕੀ ਹੁੰਦਾ, ਨੈਗੇਟਿਵ ਚਾਰਜ ਹੁੰਦਾ। ਇਨ ਐਨ ਐਟਮ ਆਰਡਰ ਆਫ ਫਿਲਿੰਗ ਆਫ ਦਾ ਆਰਬਿਟਲਸ ਗਵਰਨਡ ਬਾਏ, ਆਰਡਰ ਆਫ ਫਿਲਿੰਗ ਕਰਨਗੇ ਤੁਸੀਂ ਹਬਾਓ ਪ੍ਰਿੰਸੀਪਲ। ਤੁਹਾਨੂੰ ਪਤਾ ਜਿੰਨੀ ਵੀ ਇਲੈਕਟ੍ਰੋਨੈਗੇਟਿਵ ਹੁੰਦੀ ਹੈ, ਮਤਲਬ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੁੰਦੀ ਹੈ, ਸਾਰੀ ਹਬਾਓ ਪ੍ਰਿੰਸੀਪਲ ਦੇ ਅਕੋਰਡਿੰਗ ਨੇ। ਸੋ ਇਹਨੇ ਹੀ ਸਾਨੂੰ ਦਿੱਤਾ ਸੀਗਾ। ਰਿਗਾਰਡਿੰਗ ਦ ਐਟਮ ਆਫ ਕੈਮੀਕਲ ਐਲੀਮੈਂਟ ਦਾ ਮੈਗਨੈਟਿਕ ਕੁਆਂਟਮ ਨੰਬਰ ਰੈਫਰਸ ਟੂ, ਮੈਗਨੈਟਿਕ ਕੁਆਂਟਮ ਨੰਬਰ ਸਾਨੂੰ ਓਰੀਐਂਟੇਸ਼ਨ ਦਿੰਦਾ। ਓਕੇ, ਸਾਡੇ 4 ਤਰ੍ਹਾਂ ਦੇ ਕੁਆਂਟਮ ਨੰਬਰਸ ਹੁੰਦੇ ਆ, ਪ੍ਰਿੰਸੀਪਲ ਕੁਆਂਟਮ ਨੰਬਰ, ਮੈਗਨੈਟਿਕ ਕੁਆਂਟਮ ਨੰਬਰ, ਸਭ ਤੋਂ ਪਹਿਲਾਂ ਪ੍ਰਿੰਸੀਪਲ ਹੁੰਦਾ, ਫਿਰ ਆ ਜਾਂਦਾ ਐਜ਼ੀਮੂਥਲ, ਫਿਰ ਆ ਜਾਂਦਾ ਮੈਗਨੈਟਿਕ, ਫਿਰ ਆ ਜਾਂਦਾ ਸਪਿਨ ਕੁਆਂਟਮ ਨੰਬਰ। ਠੀਕ ਹੈ, ਦੇਖੋ ਜੋ ਪ੍ਰਿੰਸੀਪਲ ਮੈਗਨੈਟਿਕ ਮੂਵਮੈਂਟ ਹੁੰਦਾ ਇਹ ਸਾਨੂੰ ਦੱਸਦਾ ਹੈ ਕਿ ਕਿਸ ਆਰਬਿਟਲ ਦੇ ਵਿੱਚ ਅਸੀਂ ਫਿਲ ਕਰਨਾ ਹੈ। ਜੋ ਐਜ਼ੀਮੂਥਲ ਸਾਨੂੰ ਦੱਸਦਾ ਵੀ ਜਿਸ ਆਰਬਿਟਲ 'ਚ ਕਰਨਾ ਉਹ ਉਸ ਆਰਬਿਟਲ 'ਚ ਕਿਹੜੇ ਸ਼ੈਲ 'ਚ ਫਿਲ ਕਰਨਾ ਹੈ। ਜਿਹੜਾ ਮੈਗਨੈਟਿਕ ਹੁੰਦਾ ਸਾਨੂੰ ਓਰੀਐਂਟੇਸ਼ਨ ਦੱਸਦਾ, ਸਪਿਨ ਸਾਨੂੰ ਸਪਿਨ ਦੱਸਦਾ, ਇਹ ਤੁਸੀਂ ਯਾਦ ਰੱਖਣਾ। what is the mass number of an element, the atom of which contain 2 protons ਅਤੇ 2 neutrons and 2 electrons। ਕੀ ਮਾਸ ਨੰਬਰ ਹੋ ਸਕਦਾ ਉਸਦਾ ਦੱਸੋ, ਜਿਸ 'ਚ 2 ਪ੍ਰੋਟੋਨ 2 ਨਿਊਟਰੋਨਸ ਐਂਡ 2 ਇਲੈਕਟ੍ਰੋਨਸ ਹੋਣ। ਸਾਨੂੰ ਪਤਾ ਹੈ ਮਾਸ ਨੰਬਰ ਪ੍ਰੋਟੋਨ ਪਲੱਸ ਨਿਊਟਰੋਨ ਨੂੰ ਲੈ ਕੇ ਬਣਦਾ ਹੈ, ਸੋ 2 ਪ੍ਰੋਟੋਨਸ ਨੇ 2 ਨਿਊਟਰੋਨਸ ਨੇ, ਆਨਸਰ 4 ਆ ਗਿਆ ਇਸਦਾ, 4 ਇਜ਼ ਦਾ ਰਾਈਟ ਆਨਸਰ। ਡਨ। Next is the atom in which the number of protons is same but neutrons are different। ਦੇਖੋ ਨੰਬਰ ਮੈਂ ਤੁਹਾਨੂੰ ਦੱਸਦਾ, ਇੱਕ ਹੁੰਦਾ ਨਾ ਅਟੋਮਿਕ ਨੰਬਰ ਹੁੰਦਾ, ਜਿਹੜਾ ਅਟੋਮਿਕ ਨੰਬਰ ਹੁੰਦਾ ਜਾਂ ਤਾਂ ਪ੍ਰੋਟੋਨਸ ਨਾਲ ਬਣਦਾ, ਨੰਬਰ ਆਫ ਪ੍ਰੋਟੋਨਸ ਨਾਲ ਬਣਦਾ, ਜਾਂ ਫਿਰ ਨੰਬਰ ਆਫ ਇਲੈਕਟ੍ਰੋਨਸ ਨਾਲ ਬਣਦਾ। ਅਤੇ ਜਿਹੜਾ ਮਾਸ ਨੰਬਰ ਹੁੰਦਾ ਇਹ ਸਾਡਾ ਪ੍ਰੋਟੋਨ ਪਲੱਸ ਨਿਊਟਰੋਨ ਨਾਲ ਬਣਦਾ, ਤੁਸੀਂ ਇੰਨੀ ਗੱਲ ਯਾਦ ਰੱਖੋ। ਹੁਣ ਦੇਖੋ ਇਹਦੇ ਵਿੱਚ ਬੋਲਿਆ ਹੋਇਆ ਹੈ ਕਿ ਨੰਬਰ ਆਫ ਪ੍ਰੋਟੋਨਸ ਇਜ਼ ਸੇਮ, ਮਤਲਬ ਅਟੋਮਿਕ ਨੰਬਰ ਸੇਮ ਦੀ ਗੱਲ ਹੋਈ ਹੈ ਇਹ, ਬਟ ਡਿਫਰੈਂਟ ਨਿਊਟਰੋਨਸ ਨਾ, ਮਤਲਬ ਮਾਸ ਨੰਬਰ ਡਿਫਰੈਂਟ ਹੋ ਗਿਆ। ਤਾਂ ਇੱਦਾਂ ਨਾ ਸਿਰਫ ਇੱਕ ਸਿਚੁਏਸ਼ਨ ਹੈ ਆਈਸੋਟੋਪਸ, ਜਾਣ ਕੇ ਪੁੱਠਾ ਕਰਕੇ ਕੁਐਸਚਨ ਪੁੱਛਿਆ ਹੋਇਆ, ਸੋ ਦੈਟਸ ਵਾਈ। ਓਕੇ, ਨੈਕਸਟ ਰੇਡੀਓ ਐਕਟੀਵਿਟੀ ਡਿਸਕਵਰਡ ਬਾਏ, ਕਿਹਨੇ ਡਿਸਕਵਰ ਕੀਤਾ ਸੀ, ਹੈਨਰੀ ਬੈਕਰਲ। ਦੈਨ ਆਈਸੋਟੋਪਸ ਆਰ ਦੋਜ਼ ਐਟਮਸ ਆਫ ਦਾ ਸੇਮ ਐਲੀਮੈਂਟ ਵਿਚ ਹੈਵ, ਹੁਣ ਆਈਸੋਟੋਪਸ ਕੌਣ ਹੁੰਦੇ ਆ ਜਿਹਦਾ ਅਟੋਮਿਕ ਨੰਬਰ ਸੇਮ ਡਿਫਰੈਂਟ ਮਾਸ ਨੰਬਰ ਹੋਵੇ। ਲੱਭ ਲੈਂਦੇ ਕਿੱਥੇ ਆਏ, ਅਟੋਮਿਕ ਨੰਬਰ ਇਜ਼ ਸੇਮ ਬਟ ਅਟੋਮਿਕ ਨੰਬਰ ਇਜ਼ ਡਿਫਰੈਂਟ, ਅਟੋਮਿਕ ਮਾਸ ਇਜ਼ ਸੇਮ, ਸੌਰੀ ਸੋ ਇਹ ਰੌਂਗ ਹੋ ਗਿਆ ਕਿਉਂਕਿ ਅਟੋਮਿਕ ਨੰਬਰ ਸੇਮ ਹੈ, ਅਟੋਮਿਕ ਮਾਸ ਇਜ਼ ਡਿਫਰੈਂਟ ਬਟ ਅਟੋਮਿਕ ਨੰਬਰ ਇਜ਼ ਸੇਮ, ਇਹ ਬਿਲਕੁਲ ਸਹੀ ਹੈ। ਨੈਕਸਟ ਇਜ਼ ਆਈਸੋਟੋਪਸ ਇਜ਼ ਦੈਟ ਨਿਊਕਲੀਆਈ ਆਫ ਅਟੋਮਿਕ ਨਿਊਕਲੀਅਸ ਇਨ ਵਿਚ, तो ਕਿਹੜੇ ਨੇ ਆਈਸੋਟੋਪਸ ਜਿਸ 'ਚ ਪ੍ਰੋਟੋਨਸ ਸੇਮ ਨੇ ਪਰ ਡਿਫਰੈਂਟ ਨਿਊਟਰੋਨਸ ਨੇ, ਇਹ ਬਿਲਕੁਲ ਸਹੀ ਹੈ। ਦ ਆਈਸੋ ਨਿਊਟਰੋਨਿਕ ਗਰੁੱਪਸ ਇਨ ਦ ਫੋਲੋਇੰਗ ਇਜ਼, ਦੇਖੋ ਆਈਸੋ ਨਿਊਟਰੋਨਿਕ ਗਰੁੱਪ ਕਿਹੜੇ ਹੁੰਦੇ ਆ, ਆਈਸੋ ਨਿਊਟਰੋਨਿਕ ਗਰੁੱਪ ਉਹ ਹੁੰਦੇ ਆ ਜਿਸ 'ਚ ਮਾਸ ਨੰਬਰ ਅਤੇ ਅਟੋਮਿਕ ਨੰਬਰ, ਦੇਖੋ ਅਟੋਮਿਕ ਨੰਬਰ ਆਪਾਂ ਜ਼ੈਡ ਨਾਲ ਡਿਨੋਟ ਕਰਦੇ, ਇਸ ਲਈ ਮੈਂ ਜ਼ੈਡ ਪਾਇਆ, ਮਾਸ ਨੰਬਰ ਨੂੰ ਏ ਨਾਲ ਡਿਨੋਟ ਕਰਦੇ, ਇਸ ਲਈ ਮੈਂ ਏ ਪਾਇਆ। ਸੋ ਏ 'ਚੋਂ ਜ਼ੈਡ ਮਾਈਨਸ ਕਰਨਾ, ਮਤਲਬ ਮਾਸ ਨੰਬਰ 'ਚੋਂ ਅਟੋਮਿਕ ਨੰਬਰ ਮਾਈਨਸ ਕਰਕੇ ਜੇ ਸਾਰੇ 'ਚੋਂ ਸੇਮ ਆਨਸਰ ਆ ਜਾਂਦਾ, ਮਤਲਬ ਡਿਫਰੈਂਸ ਸੇਮ ਆ ਜਾਂਦਾ, ਤਾਂ ਉਹਨੂੰ ਆਈਸੋ ਨਿਊਟਰੋਨਿਕ ਗਰੁੱਪਸ ਕਹਿੰਦੇ ਆ। ਹੁਣ ਪਹਿਲੇ 'ਚ ਦੇਖ ਲੈਂਦੇ ਆਪਾਂ 12 'ਚ 6 6
उरे 6 बचे 7 14 करो 7 बचे ये तो हो नहीं सकता हूँ आंसर ना खत्म। उस तो बाद आ गया 6 to 12 to 6 गए 6 बच गए 7 to 14 उठ गए उरे बच 8 उरे बच गए 10 तो ये भी नहीं हो सकता खत्म है भी। नेक्स्ट इज 6 14 to 6 गए 7 8 7 जो 14 गए 14 to 7 गए 7 808 है ना। तो लास्ट रह गया डी ए आंसर होगा डी बिना सोचे समझे आंसर कर सकते हो। सो बट असी इन्हों देख लेंगे हैं 14 to 6 गए 8 15 to 7 गए 8 16 to 8 गए 8 सो ये आइसोट्रॉनिक होगा। नैक्सट रेडियो एक्टिविटी इज मेजर्ड बाय रेडियो एक्टिविटी जी है वो किस नाल मेजरमेंट किस नाल मेजर की जाती है। सो किस नाल करी जाती है जिंजर काउंटर में याद रखना से। लास्ट क्वेश्चन इज मैच वन द मैच फॉलोइंग मैच ऑफ द फॉलोइंग ने इस थानू कुछ चीज़ा पता नहीं होनी लेकिन आप बहुत ही वधिया तरीके नाल करांगे। सो असीं मैच द फॉलोइंग करना है सब तो पहला असीं लभना है इस किहड़ी चीज़ क्या क्या है। देखो जिहड़ा क्वार्क हुंदा इहदा मतलब हुंदा फ्रैक्शनल चार्ज। इट मीनस जो थर्ड है वो साडा बी नाल मैच करूँगा बी नाल तुसीं लभ लो थर्ड दा बी कित्थे सी दा नहीं बी दा थर्ड इस दे विच हैगा इस च हैगा बाकी च नहीं हैगा मतलब ए आंसर भी नहीं हो सकता ना ए आंसर हो सकता। इसमें लभ लेना देखो इहदा ए मैच कर ए देखना नहीं बी भी नहीं देखना हुण है ना जो डिसाइड करूँगा वो डिसाइड कौन करूँगा सिर्फ सी एंड डी डिसाइड करेंगे। हम सी देख लो फोटोन देख लो फोर्थ फोटोन्स की होंगे फोटोन्स होंगे साढ़े इंटैग्रल स्पिन ठीक है फोटोन साढ़े इंटैग्रल मतलब फोर्थ साढ़ा डी देखना होना आप कितने हैं सिर्फ ए चाहिए था मतलब ए का आंसर आ गया। ओके मतलब इसका जो सी ना फोटोन का इसका डी सीगा देखो डी लिख देंगे मैं डी सो अज लिए नहीं जे तुम सैशन वधिया लगे तो लाइक जरूर कर दिओ ते मेरे चैनल जरूर सबसक्राइब कर दिओ ते बैल आइकन जरूर प्रेस कर दिओ ताकि तुहानूं मोर एंड मोर अपडेट्स मिलते जान। थैंक यू सो मच।